ਪਿਆਰੇ ਦਰਸ਼ਕੋ, ਪ੍ਰਭੂ ਯੀਸ਼ੂ ਮਸੀਹ ਦੇ ਜਲਾਲੀ ਨਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਅਸੀਂ ਜਿਸ ਵਿਸ਼ੇ ਦੇ ਉੱਤੇ ਆਪਣਾ ਅਧਿਐਨ ਕਰ ਰਹੇ ਹਾਂ ਉਹ ਵਿਸ਼ਾ ਹੈ ਕਿਰਪਾ ਦੁਆਰਾ ਫੜੇ ਜਾਣਾ। ਇਹ ਇੱਕ ਲੜੀਵਾਰ ਅਧਿਐਨ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਸੀ ਕਿ ਕਿਰਪਾ ਪਰਮੇਸ਼ਰ ਦਾ ਇੱਕ ਮਹਾਨ ਗੁਣ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਵੀ ਜਾਣਿਆ ਸੀ ਕਿ ਪਰਮੇਸ਼ਰ ਨੇ ਸਾਨੂੰ ਆਪਣੀ ਕਿਰਪਾ ਦੇ ਦੁਆਰਾ ਬਚਾਇਆ ਅਤੇ ਆਪਣੀ ਕਿਰਪਾ ਦੇ ਦੁਆਰਾ ਹੀ ਸਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਮੁਕਤੀ ਦਿੰਦਾ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਸ ਦੇ ਦੁਆਰਾ ਪਰਮੇਸ਼ਰ ਸਾਡੇ ਉੱਤੇ ਸਿਰਫ ਆਪਣੇ ਪ੍ਰੇਮ ਨੂੰ ਹੀ ਪ੍ਰਗਟ ਨਹੀਂ ਕਰਦਾ, ਪਰ ਇਸ ਤੋਂ ਸਾਨੂੰ ਉਸ ਦੀ ਮਹਾਨਤਾ ਦੇ ਬਾਰੇ ਵੀ ਪਤਾ ਚੱਲਦਾ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਵੇਂ ਪਰਮੇਸ਼ਰ ਆਪਣੀ ਕਿਰਪਾ ਦੇ ਦੁਆਰਾ ਸਾਡੇ ਜੀਵਨਾਂ ਨੂੰ ਛੂੰਹਦਾ ਹੈ ਅਤੇ ਸਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਵ ਲੈ ਕੇ ਆਉਂਦਾ ਹੈ। ਅੱਜ ਕਿਰਪਾ ਦੇ ਬਾਰੇ ਵੇਖਦੇ ਹੋਏ ਅਸੀਂ ਜੌਨ ਨਿਊਟਨ ਦੇ ਗੀਤ ਅਮੇਜ਼ਿੰਗ ਗ੍ਰੇਸ, ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਿੰਨੀ ਹੈਰਾਨ ਕਰਨ ਵਾਲੀ ਕਿਰਪਾ ਵੀ ਕਹਿ ਸਕਦੇ ਹਾਂ, ਉਸ ਦੀ ਦੂਜੀ ਲਾਈਨ ਦੇ ਉੱਤੇ ਗੌਰ ਕਰਾਂਗੇ। ਜਦੋਂ ਜੌਨ ਨਿਊਟਨ ਨੂੰ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਛੂਹਿਆ ਗਿਆ ਤਾਂ ਉਹਨੂੰ ਅਹਿਸਾਸ ਹੋਇਆ ਕਿ ਉਹ ਕਿੰਨਾ ਵੱਡਾ ਪਾਪੀ ਹੈ ਅਤੇ ਫਿਰ ਵੀ ਪਰਮੇਸ਼ਰ ਨੇ ਉਸ ਉੱਤੇ ਕਿਰਪਾ ਕੀਤੀ ਅਤੇ ਉਹਨੂੰ ਇੱਕ ਭ੍ਰਿਸ਼ਟ ਜ਼ਿੰਦਗੀ ਤੋਂ ਬਾਹਰ ਕੱਢ ਲਿਆ। ਉਸਨੇ ਆਪਣੇ ਇਸ ਗੀਤ ਨੂੰ ਲਿਖਦੇ ਹੋਏ ਆਪਣੀ ਨੀਚ ਦਸ਼ਾ ਨੂੰ ਵਿਅਕਤ ਕਰਨ ਲਈ ਜਿਸ ਸ਼ਬਦ ਨੂੰ ਚੁਣਿਆ, ਕਿਸੇ ਵੀ ਸੱਭਿਆਚਾਰਕ ਸਮਾਜ ਦੇ ਵਿੱਚ ਉਸ ਸ਼ਬਦ ਨੂੰ ਆਪਣੇ ਮੂੰਹ 'ਤੇ ਲਿਆਉਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ, ਪਰ ਦੋਸਤੋ ਜੌਨ ਨਿਊਟਨ ਨੇ ਆਪਣੇ ਲਈ ਉਸ ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਪਰਮੇਸ਼ਵਰ ਦੀ ਕਿੰਨੀ ਬੁਰੀ ਤਰ੍ਹਾਂ ਨਿੰਦਾ ਕਰਦਾ ਸੀ। ਸੋ ਦੋਸਤੋ, ਆਓ ਕਿਰਪਾ ਦੁਆਰਾ ਫੜੇ ਜਾਣ ਦੇ ਬਾਰੇ ਹੋਰ ਜਾਣਨ ਲਈ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਆਓ ਆਪਣੇ ਅਧਿਐਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੁਣਦੇ ਹਾਂ ਇਹ ਭਜਨ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लैके ही जाना, तैथों बख्शिश लैके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथी अज लिख एह अमर कहानी, एह अमर कहानी, एह अमर कहानी। ओ रब्बा मेरे मेहर करी, तेरे बिन मेरा मुल नहीं हो आना। ओ रब्बा मेरे मेहर करी, तेरे दर ते खड़ा मैं दीवाना। ਯਿਸੂ ਨਾਲ ਸੰਬੰਧਿਤ ਯਹੂਨਾ ਦੇ ਸ਼ਬਦ ਇਸ ਤਰ੍ਹਾਂ ਹਨ। ਯਹੂਨਾ 1 ਅਧਿਆਇ 1
ਵਚਨ ਤੋਂ ਲੈ ਕੇ 14 ਔਰ 17 ਵਚਨਾਂ ਵਿੱਚ ਅਸੀਂ ਇਹ ਪੜ੍ਹਦੇ ਹਾਂ। ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸੀਂ ਉਸ ਦੇ ਭੇਦ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿਠਾ। ਤ੍ਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ, ਕਿਰਪਾ ਤੇ ਸਚਾਈ ਯਿਸੂ ਮਸੀਹ ਤੋਂ ਪਹੁੰਚੀ। ਅਤੇ ਫਿਰ ਜਦੋਂ ਆਪ ਇਫਸੀਆਂ ਦੀ ਪੱਤਰੀ ਦੇ ਅਧਿਆਏ ਵਿੱਚ ਆਉਂਦੇ ਹਾਂ, ਜੋ ਅਸਾਂ ਸਭਨਾਂ ਲਈ ਕਿਰਪਾ ਬਾਰੇ ਮੁੱਖ ਵਚਨ ਹੈ, ਆਖਿਰਕਾਰ ਅਸੀਂ ਸਾਰੇ ਇਸ ਨੂੰ ਸਮਝ ਲੈਂਦੇ ਹਾਂ। ਇਫਸੀਆਂ ਦੇ 2 ਦੇ ਵਚਨ ਹਨ, ਕਿਉਂ ਜੋ ਤੁਸੀਂ ਕਿਰਪਾ ਤੋਂ ਨੇਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਕਿਰਪਾ ਹੈ, ਠੀਕ, ਇਹ ਪਰਮੇਸ਼ਰ ਵੱਲੋਂ ਸਾਡੇ ਵਾਸਤੇ ਉਸ ਦੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਦਾ ਵਰਦਾਨ ਹੈ। ਮੈਂ ਆਪ ਨੂੰ ਇਹ ਸਵਾਲ ਪੁੱਛਦਾ ਹਾਂ ਕਿ ਸਾਡੇ ਵਿੱਚੋਂ ਕੋਈ ਹੈ ਜੋ ਇਹ ਵਿਸ਼ਵਾਸ ਕਰਦਾ ਹੋਵੇ ਕਿ ਮੈਂ ਇਸ ਦਾ ਹੱਕਦਾਰ ਹਾਂ? ਮੈਂ ਤਾਂ ਨਹੀਂ। ਮੈਂ ਤਾਂ ਇੱਕ ਪਲ ਵੀ ਇਹ ਵਿਸ਼ਵਾਸ ਨਹੀਂ ਕਰਦਾ ਮੈਂ ਯਿਸੂ ਦਾ ਹੱਕਦਾਰ ਨਹੀਂ ਹਾਂ। ਦ ਪੇਸ਼ੈਂਟ ਨਾਂ ਦੀ ਇੱਕ ਫਿਲਮ ਜੋ ਕਿ ਯਿਸੂ ਦੇ ਸਾਡੇ ਲਈ ਸਲੀਬ ਉੱਤੇ ਜਾਣ ਨੂੰ ਪੇਸ਼ ਕਰਦੀ ਹੈ, ਉਹਨੂੰ ਵੇਖਣ ਤੋਂ ਬਾਅਦ ਮੈਂ ਵਿਸ਼ਵਾਸ ਕਰਨ ਵਿੱਚ ਅਸਮਰਥ ਸੀ ਕਿ ਪਰਮੇਸ਼ਰ ਇਹ ਸਭ ਮੇਰੇ ਵਾਸਤੇ ਕੀਤਾ। ਮੈਂ ਜਾਣਦਾ ਹਾਂ ਕਿ ਮੈਂ ਇਸ ਦਾ ਹੱਕਦਾਰ ਨਹੀਂ ਹਾਂ, ਪਰ ਪਰਮੇਸ਼ਰ ਦੀ ਕਿਰਪਾ ਹੀ ਉਸ ਦੇ ਸਾਡੇ ਵਾਸਤੇ ਨਾ ਹੱਕ ਰੱਖਣ ਜਾਣ ਵਾਲਾ ਪੱਖ ਹੈ। ਇਹ ਤਾਂ ਉਸ ਵੱਲੋਂ ਸਾਨੂੰ ਉਹ ਦੇਵੇ ਜੋ ਅਸੀਂ ਕਮਾ ਨਹੀਂ ਸਕਦੇ, ਜਿਸ ਦੇ ਹੱਕਦਾਰ ਅਸੀਂ ਨਹੀਂ ਹੋ ਸਕਦੇ ਅਤੇ ਜਿਸ ਲਈ ਸਾਡਾ ਕੋਈ ਅਧਿਕਾਰ ਨਹੀਂ। ਪਰਮੇਸ਼ਰ ਸਾਨੂੰ ਇਹ ਦਿੰਦਾ ਹੈ ਅਤੇ ਮੁੱਖ ਤੌਰ ਤੇ ਉਹ ਇਹ ਸਭ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਕਰਦਾ ਹੈ। ਕਿਰਪਾ ਹੈ ਕਿ ਕਿਰਪਾ ਨਾ ਪਾਲਿਆ ਜਾਣ ਵਾਲਾ, ਨਾ ਹੱਕਦਾਰ, ਬਸ਼ਰਤਾ ਪਰਮੇਸ਼ਰ ਦਾ ਪ੍ਰੇਮ ਹੈ। ਕਿਰਪਾ ਪਰਮੇਸ਼ਰ ਵੱਲੋਂ ਸਾਡੇ ਉਦੋਂ ਤੱਕ ਪਿੱਛਾ ਕਰਨਾ ਜਦੋਂ ਤੱਕ ਉਹ ਸਾਨੂੰ ਲੱਭ ਨਹੀਂ ਲੈਂਦਾ ਅਤੇ ਬਾਅਦ ਵਿੱਚ ਉਸ ਦਾ ਸਾਨੂੰ ਹਮੇਸ਼ਾ ਵਾਸਤੇ ਸੰਭਾਲਣਾ ਹੈ। ਕਿਰਪਾ ਤਾਂ ਉਸ ਤੋਂ ਬਹੁਤ ਵੱਧ ਕੇ ਹੈ ਜਿਸ ਨੂੰ ਅਸੀਂ ਕਦੇ ਸ਼ਬਦਾਂ ਵਿੱਚ ਬਿਲਕੁਲ ਬਿਆਨ ਨਹੀਂ ਕਰ ਸਕਦੇ, ਕਿਉਂਕਿ ਕਿਰਪਾ ਉਹੀ ਹੈ ਜੋ ਪਰਮੇਸ਼ਰ ਹੈ। ਅਸਲ ਵਿੱਚ ਪਤਰਸ ਦੀ ਪਹਿਲੀ ਪੱਤਰੀ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਪਰਮੇਸ਼ਰ ਸਾਰੀ ਕਿਰਪਾ ਦਾ ਪਰਮੇਸ਼ਰ ਹੈ। ਪਹਿਲਾ ਪਤਰਸ 5 ਦੇ 10 ਵਚਨ ਉਹੀ ਹੈ ਜੋ ਸਾਨੂੰ ਉਹ ਕਿਰਪਾ ਬਖਸ਼ਦਾ ਹੈ ਜਿਸ ਦੇ ਅਸੀਂ ਹੱਕਦਾਰ ਨਹੀਂ ਹਾਂ। ਜਦੋਂ ਤੱਕ ਅਸੀਂ ਕਿਰਪਾ ਨੂੰ ਸਮਝ ਨਾ ਲਈਏ ਉਦੋਂ ਤੱਕ ਅਸੀਂ ਇਸ ਦੀ ਸ਼ਲਾਘਾ ਨਹੀਂ ਕਰਾਂਗੇ। ਇਹ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਤਰ੍ਹਾਂ ਹੀ ਹੈ। ਜਦੋਂ ਤੱਕ ਆਪ ਨੂੰ ਇਸ ਦਾ ਗਿਆਨ ਨਹੀਂ, ਆਪ ਇਸ ਦੀ ਸ਼ਲਾਘਾ ਨਹੀਂ ਕਰ ਸਕਦੇ। ਜਦੋਂ ਮੈਂ ਇਸ ਬਾਰੇ ਅਧਿਐਨ ਕਰ ਰਿਹਾ ਸੀ ਤਦ ਮੈਂ ਆਪਣੀ ਪਤਨੀ ਨੂੰ ਆਖਿਆ ਕਿ ਵੇਖ, ਮੈਂ ਕਿਰਪਾ ਦੀ ਸੁੰਦਰਤਾ ਅਤੇ ਸ਼ਾਨ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਵਿੱਚ ਬਹੁਤ ਹੀ ਨਾਕਾਫੀ ਆਧਾਰਿਤ ਮਹਿਸੂਸ ਕਰਦਾ ਹਾਂ। ਮੈਂ ਆਪ ਕਈ ਦਿਨ ਇਸ ਵਿਚਾਰ ਦੁਆਰਾ ਜਕੜੇ ਰਹਾ ਸੀ ਕਿ ਹੋ ਸਕਦਾ ਹੈ ਕਿ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦੀ ਕਿਰਪਾ ਦੀ ਮਹਾਨਤਾ ਅਤੇ ਮੌਜੂਬੇ ਦੀ ਸ਼ਲਾਘਾ ਕਰਨ ਵਿੱਚ ਅਸਮਰਥ ਹੋਣਾ ਹੋਵੇ। ਆਖਰ ਵਿੱਚ ਮੈਂ ਆਪ ਨੂੰ ਕਿਰਪਾ ਅਤੇ ਤਰਸ ਦਾ ਅਰਥ ਦੱਸਣਾ ਚਾਹੁੰਦਾ ਹਾਂ। ਮੈਂ ਸੋਚਦਾ ਹਾਂ ਕਿ ਅਸੀਂ ਸੱਚਮੁੱਚ ਕਿਰਪਾ ਦੀ ਮਹਾਨਤਾ ਨੂੰ ਤਦ ਹੀ ਸਮਝ ਸਕਦੇ ਹਾਂ ਜਦੋਂ ਅਸੀਂ ਇਸ ਦੀ ਤੁਲਨਾ ਤਰਸ ਨਾਲ ਕਰਨੀ ਆਰੰਭ ਕਰਦੇ ਹਾਂ। ਜ਼ਿਆਦਾਤਰ ਬਾਈਬਲ ਵਿੱਚ ਆਮ ਵਿਆਖਿਆ ਕਿਰਪਾ ਅਤੇ ਤਰਸ ਜਾਂ ਰਹਿਮ ਜ਼ਿਕਰ ਇਕੱਠਿਆਂ ਹੀ ਇੱਕੋ ਹੀ ਭਾਗ ਵਿੱਚ ਕੀਤਾ ਗਿਆ ਹੈ। ਕੁਝ ਲੋਕ ਇਹਨਾਂ ਨੂੰ ਸਮਾਨ ਅਰਥੀ ਸ਼ਬਦ ਸੋਚਦੇ ਹਨ, ਪਰ ਇਹ ਸੋਚ ਨਹੀਂ। ਕਈ ਲੋਕ ਆਖਦੇ ਹਨ ਕਿ ਮੈਂ ਤਾਂ ਨਿਆਂ ਦੀ ਖਾਹਿਸ਼ ਹੀ ਕਰਦਾ ਹਾਂ, ਪਰ ਕੀ ਆਪ ਜਾਣਦੇ ਹੋ ਕਿ ਮੈਂ ਕੀ ਚਾਹੁੰਦਾ ਹਾਂ? ਮੈਂ ਨਿਆਂ ਦੀ ਖਾਹਿਸ਼ ਨਹੀਂ ਰੱਖਦਾ, ਮੈਂ ਤਾਂ ਤਰਸ ਚਾਹੁੰਦਾ ਹਾਂ। ਅਸੀਂ ਕੀ ਤੁਹਾਡੇ ਵਿੱਚ ਕੋਈ ਤਰਸ ਦੇ ਲਈ ਉਮੀਦਵਾਰ ਹਨ? ਤੁਹਾਨੂੰ ਨਿਆਂ ਦੀ ਲੋੜ ਨਹੀਂ। ਕਿ ਆਪ ਜਾਣਦੇ ਹੋ ਕਿ ਜੇਕਰ ਸਾਡਾ ਨਿਆਂ ਕੀਤਾ ਜਾਂਦਾ ਤਦ ਅਸੀਂ ਅੱਜ ਬਹੁਤ ਅੱਛੀ ਸਥਿਤੀ ਵਿੱਚ ਨਾ ਹੁੰਦੇ। ਮੈਂ ਆਪ ਨੂੰ ਕਿਰਪਾ ਅਤੇ ਤਰਸ ਦਾ ਫਰਕ ਦੱਸ ਦਵਾਂ। ਮੈਂ ਇਸ ਨੂੰ ਆਪ ਦੇ ਦਿਲ ਵਿੱਚ ਦੱਸ ਦਵਾਂ। ਮੈਂ ਚਾਹੁੰਦਾ ਹਾਂ ਕਿ ਆਪ ਇਸ ਦੀ ਚਰਚਾ ਕਰਦਿਆਂ ਇਸ ਖਾਸ ਸਮੇਂ ਇਸ ਵਿੱਚ ਗੁਜ਼ਰੋ। ਗੌਰ ਨਾਲ ਸੁਣੋ। ਤਰਸ ਉਹ ਹੈ ਜਿਸ ਨੂੰ ਪਰਮੇਸ਼ਰ ਆਪ ਤੋਂ ਰੋਕੀ ਰੱਖਦਾ ਹੈ, ਜਿਸ ਦੇ ਤੁਸੀਂ ਹੱਕਦਾਰ ਹੋ। ਕਿਰਪਾ ਉਹ ਹੈ ਜੋ ਪਰਮੇਸ਼ਰ ਆਪ ਨੂੰ ਬਖਸ਼ ਰਿਹਾ ਹੈ, ਜਿਸ ਦੇ ਹੱਕਦਾਰ ਆਪ ਨਹੀਂ ਹੋ। ਤਰਸ ਉਹ ਹੈ ਜੋ ਕਿ ਮੌਜੂਦ ਹੈ ਪਰ ਪਰਮੇਸ਼ਰ ਉਸ ਨੂੰ ਸੰਭਾਲ ਰਿਹਾ ਹੈ। ਕਿਰਪਾ ਉਹ ਹੈ ਜੋ ਪਰਮੇਸ਼ਰ ਆਪ ਨੂੰ ਬਖਸ਼ ਰਿਹਾ ਹੈ, ਜੋ ਕਿ ਮੌਜੂਦ ਨਹੀਂ ਹੈ, ਜੋ ਕਿ ਆਪ ਦੀ ਸੋਚ ਤੋਂ ਵੀ ਪਰੇ ਹੈ। ਮੈਂ ਸੋਚਦਾ ਹਾਂ ਕਿ ਜ਼ਿਆਦਾ ਲੋਕ ਇਸ ਨੂੰ ਨਹੀਂ ਸਮਝਦੇ। ਉਹ ਤਾਂ ਕਿਰਪਾ ਨੂੰ ਪਰਮੇਸ਼ਰ ਦੇ ਮਾਫ ਕਰਨ ਵਜੋਂ ਹੀ ਲੈਂਦੇ ਹਨ। ਨਹੀਂ, ਕਿਰਪਾ ਤਾਂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦਾ ਵਰਦਾਨ ਹੈ। ਇਸ ਨੂੰ ਧਿਆਨ ਵਜੋਂ ਰੱਖਦਿਆਂ ਜੇਕਰ ਆਪ ਬਾਈਬਲ ਬਾਣੀ ਪੜ੍ਹੋ ਤਦ ਆਪ ਇਸ ਨੂੰ ਵੇਖੋਗੇ ਕਿ ਕਿਰਪਾ ਅਤੇ ਤਰਸ ਬਾਈਬਲ ਦੇ ਹਰ ਪੰਨੇ ਉੱਤੇ ਉਲੀਦੇ ਗਏ ਹਨ। ਮੈਂ ਇਸ ਦੀਆਂ ਕੁਝ ਉਦਾਹਰਨਾਂ ਆਪ ਲਈ ਪੇਸ਼ ਕਰਦਾ ਹਾਂ। ਅਬਰਾਹਾਮ ਦੀ ਕਹਾਣੀ ਹੀ ਲਓ। ਤਰਸ ਇਜ਼ਾਕ ਦੇ ਸੀਨੇ ਤੋਂ ਸ਼ੁਰੂ ਨੂੰ ਰੋਕਦਾ ਹੈ। ਕਿਰਪਾ ਝਾੜੀਆਂ ਵਿੱਚ ਫਸੇ ਹੋਏ ਲੇਲੇ ਨੂੰ ਉਪਲਬਧ ਕਰਦੀ ਹੈ। ਤਰਸ ਉਜਾੜੂ ਪੁੱਤਰ ਨੂੰ ਮਾਫ ਕਰਨ ਲਈ ਭੇਜਦਾ ਹੈ। ਕਿਰਪਾ ਇਸ ਦੇ ਦਾਬਤ ਬਸਤਰ
ਮੁੰਦਰੀ ਅਤੇ ਪਲੇ ਹੋਏ ਬੱਚੇ ਨੂੰ ਪੇਸ਼ ਕਰਦੀ ਹੈ। ਤਰਸ ਡਾਕੂਆਂ ਦੇ ਦੁਆਰਾ ਮਾਰੇ ਕੁੱਟੇ ਮਨੁੱਖ ਦੇ ਜ਼ਖਮਾਂ ਉੱਤੇ ਪੱਟੀ ਬੰਨ੍ਹਦੀ ਹੈ। ਕਿਰਪਾ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੇ ਖਰਚ ਦੀ ਭਰਪੂਰੀ ਕਰਦੀ ਹੈ। ਤਰਸ ਸਲੀਬ ਦਿੱਤੇ ਡਾਕੂ ਦੀ ਦੁਹਾਈ ਨੂੰ ਸੁਣਦੇ ਹੈ। ਕਿਰਪਾ ਉਸ ਦਿਨ ਉਸ ਲਈ ਸਵਰਗ ਦਾ ਵਾਅਦਾ ਕਰਦੀ ਹੈ। ਤਰਸ ਸਲੀਬ ਉੱਤੇ ਸਾਡੇ ਪਾਪ ਲਈ ਹਰਜ਼ਾਨਾ ਭਰਦਾ ਹੈ। ਕਿਰਪਾ ਮਸੀਹ ਦੀ ਧਾਰਮਿਕਤਾ ਨੂੰ ਆਪਣਾ ਸਥਾਨ ਬਖਸ਼ਦੀ ਹੈ। ਤਰਸ ਦਮਸ਼ਕ ਨੂੰ ਜਾਂਦੇ ਪਾਲੂਸ ਦੇ ਮਨ ਨੂੰ ਫਰਾਉਂਦੀ ਹੈ। ਕਿਰਪਾ ਉਸ ਨੂੰ ਮਹਾਨ ਰਸੂਲ ਬਣਨ ਲਈ ਪ੍ਰੇਰਿਤ ਕਰਦੀ ਹੈ। ਤਰਸ ਜੌਨ ਨਿਊਟਨ ਨੂੰ ਇੱਕ ਭ੍ਰਿਸ਼ਟ ਜੀਵਨ ਤੋਂ ਬਚਾਉਂਦੀ ਹੈ। ਕਿਰਪਾ ਉਸ ਨੂੰ ਸਭਨਾ ਭਜਨਾਂ ਲਿਖਣ ਦਿੰਦੀ ਹੈ। ਤਰਸ ਸਾਨੂੰ ਨਰਕ ਤੋਂ ਰੋਕਦਾ ਹੈ। ਕਿਰਪਾ ਸਾਨੂੰ ਸਵਰਗ ਵਿੱਚ ਲਿਜਾਂਦੀ ਹੈ। ਕਿਰਪਾ ਅਤੇ ਤਰਸ ਵਿੱਚ ਇਹੋ ਹੀ ਫਰਕ ਹੈ। ਤਰਸ ਸਾਤੋਂ ਉਸ ਨੂੰ ਰੋਕਦਾ ਹੈ ਜਿਸ ਦੇ ਅਸੀਂ ਹੱਕਦਾਰ ਹਾਂ। ਕਿਰਪਾ ਸਾਨੂੰ ਉਹ ਬਖਸ਼ਦੀ ਹੈ ਜਿਸ ਦੇ ਅਸੀਂ ਹੱਕਦਾਰ ਨਹੀਂ ਹਾਂ। ਅੱਜ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਤੁਹਾਡੇ ਨਾਲ ਨਾਰਾਜ਼ ਨਹੀਂ। ਉਹ ਤੁਹਾਨੂੰ ਦੁਖੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਉਹ ਆਪਣੀ ਕਿਰਪਾ ਨਾਲ ਭਰਪੂਰ ਬਾਹਾਂ ਨੂੰ ਫੈਲਾ ਕੇ ਆਪ ਦੇ ਪਿੱਛੇ ਭੱਜ ਰਿਹਾ ਹੈ। ਉਹ ਆਪ ਨੂੰ ਮਾਫ ਕਰਨਾ ਚਾਹੁੰਦਾ ਹੈ, ਪਰ ਉਹ ਤਾਂ ਇਸ ਤੋਂ ਵੀ ਵੱਧ ਕੇ ਕਰਨਾ ਚਾਹੁੰਦਾ ਹੈ। ਉਹ ਆਪ ਨੂੰ ਉਸ ਦੀ ਕਿਰਪਾ ਨਾਲ ਆਸ਼ੀਸ਼ ਦੇਣੀ ਚਾਹੁੰਦਾ ਹੈ। ਪਰਮੇਸ਼ਰ ਆਪ ਨੂੰ ਮਾਫ ਕਰਕੇ ਸਿਰਫ ਨਰਕ ਤੋਂ ਬਾਹਰ ਹੀ ਨਹੀਂ ਰੱਖਣਾ ਚਾਹੁੰਦਾ, ਉਹ ਆਪ ਨੂੰ ਜੀਵਨ ਦੇਣਾ ਤੇ ਆਪ ਨੂੰ ਸਵਰਗ ਵਿੱਚ ਲਿਜਾਣਾ ਚਾਹੁੰਦਾ ਹੈ। ਜੇਕਰ ਆਪ ਬਸ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਦੇਵੋ, ਤਦ ਉਸ ਕੋਲ ਆਪ ਲਈ ਇੰਨੀਆਂ ਮਹਾਨ ਯੋਜਨਾਵਾਂ ਹਨ। ਆਪ ਉਸ ਕੋਲ ਨਹੀਂ ਆਏ ਹੋ। ਆਪ ਜਾਣਦੇ ਹੋ ਕਿ ਅਸੀਂ ਪਾਲਣ ਵਾਲੇ ਨਹੀਂ। ਬਾਈਬਲ ਆਖਦੀ ਹੈ ਕਿ ਕੋਈ ਵੀ ਮਨੁੱਖ ਪਰਮੇਸ਼ਰ ਦਾ ਤਾਲਬ ਨਹੀਂ, ਪਰਮੇਸ਼ਰ ਹੀ ਹੈ ਜੋ ਸਾਨੂੰ ਪਾਲਦਾ ਹੈ। ਆਪ ਆਖਦੇ ਹੋ, ਜੇਕਰ ਪਰਮੇਸ਼ਰ ਪਾਲ ਰਿਹਾ ਹੈ ਤਦ ਮੈਂ ਕਿਵੇਂ ਜਾਣਾ? ਜੀ ਹਾਂ, ਇਹ ਅਸਲੀਅਤ ਹੈ ਕਿ ਆਪ ਅੱਜ ਉਸ ਦੀ ਬਾਣੀ ਨੂੰ ਸੁਣ ਰਹੇ ਹੋ। ਇਹ ਇੱਕ ਨੇਕ ਚਿੰਨ੍ਹ ਹੈ ਕਿ ਆਪ ਨੂੰ ਪਾਲਿਆ ਜਾ ਰਿਹਾ ਹੈ। ਇਸ ਲਈ ਜਦੋਂ ਪਰਮੇਸ਼ਰ ਆਪਣੀ ਕਿਰਪਾ ਕਰਕੇ ਆਪ ਨੂੰ ਪਾਲ ਰਿਹਾ ਹੈ, ਤਦ ਕੀ ਆਪ ਇਸ ਨੂੰ ਕਬੂਲ ਕਰੋਗੇ? ਜੋ ਕੁਝ ਪਰਮੇਸ਼ਰ ਆਪ ਲਈ ਕਰ ਚੁੱਕਾ ਹੈ, ਕਿ ਆਪ ਉਸ ਨੂੰ ਕਬੂਲ ਕਰੋ, ਕਿ ਆਪ ਉਸ ਕੋਲ ਆ ਕੇ ਉਸ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕਰੋ। ਇਸ ਭਜਨ ਦੀ ਦੂਸਰੀ ਲਾਈਨ ਇਹ ਹੈ, ਜਿਸ ਨੇ ਮੇਰੇ ਵਰਗੇ ਨੀਚ ਨੂੰ ਬਚਾਇਆ। ਇਸ ਵਿੱਚ ਪਾਇਆ ਜਾਣ ਵਾਲਾ ਸ਼ਬਦ ਨੀਚ ਇੰਨਾ ਜ਼ਿਆਦਾ ਠੋਕਰ ਖਵਾਉਣ ਵਾਲਾ ਹੈ ਕਿ ਉਹਨਾਂ ਵਿੱਚ ਬਹੁਤ ਸਾਰੇ ਜਿਨ੍ਹਾਂ ਨੇ ਇਸ ਮਹਾਨ ਭਜਨ ਨੂੰ ਰਿਕਾਰਡ ਕੀਤਾ ਹੈ, ਉਹਨਾਂ ਨੇ ਇਸ ਨੂੰ ਸ਼ਬਦਾਂ ਦੀ ਲੜੀ ਵਿੱਚੋਂ ਹੀ ਕੱਢ ਦਿੱਤਾ ਹੈ। ਸ਼ਬਦ ਕੋਸ਼ ਇਸ ਰਿਚ ਪੌਪ ਨੀਚ ਸ਼ਬਦ ਦੀ ਪਰਿਭਾਸ਼ਾ ਕਿਸੇ ਇਹੋ ਜਿਹੇ ਵਿਅਕਤੀ ਵਜੋਂ ਕਰਦੀ ਹੈ ਜੋ ਕਿ ਇੱਕ ਤਰਸਯੋਗ ਪੂਰੀ ਤਰ੍ਹਾਂ ਨਾਲ ਖੁਸ਼, ਉਹ ਜੋ ਦੁਰਭੋਗ ਬਦਨਾਮ ਵਿੱਚ ਡੁੱਬਿਆ ਹੋਇਆ ਇੱਕ ਘਿਣਤ ਵਿਅਕਤੀ ਹੋਏ। ਸਾਡੇ ਅੱਛੀ ਸੋਚ ਵਾਲੇ ਸੱਭਿਆਚਾਰ ਵਿੱਚ ਅਸੀਂ ਇਸ ਤਰ੍ਹਾਂ ਦੇ ਕੁਝ ਵੀ ਆਖਣ ਤੋਂ ਸ਼ਰਮਾਉਂਦੇ ਹਾਂ, ਪਰ ਇਹ ਜੌਨ ਨਿਊਟਨ ਨਾਂ ਦੇ ਵਿਅਕਤੀ ਸਭ ਤੋਂ ਬਿਹਤਰ ਜਾਣਦਾ ਸੀ। ਉਹ ਕਿਰਪਾ ਦੀ ਮਿੱਠੀ ਆਵਾਜ਼ ਨੂੰ ਪਿਆਰ ਕਰਦਾ ਸੀ, ਕਿਉਂਕਿ ਉਸਨੇ ਲੰਬੇ ਸਮੇਂ ਤੱਕ ਪਾਪ ਦੀ ਦੁਸ਼ਟਤਾ ਦਾ ਅਨੁਭਵ ਕੀਤਾ ਸੀ। ਉਸ ਦੀ ਇੱਕ ਸਮੁੰਦਰੀ ਜਹਾਜ਼ ਦੀ ਯਾਤਰਾ ਦੀਆਂ ਇਕਾਂਤ ਭੁੱਖਾਂ ਦੇ ਦੌਰਾਨ ਉਹ ਇੰਨਾ ਜ਼ਿਆਦਾ ਨਿਰਾਸ਼ ਅਤੇ ਕ੍ਰੋਧ ਨਾਲ ਭਰ ਗਿਆ ਸੀ ਕਿ ਉਸ ਨੇ ਸਭ ਤੋਂ ਪਹਿਲਾਂ ਸੋਚਿਆ ਕਿ ਉਹ ਆਤਮ ਹੱਤਿਆ ਕਰ ਲਵੇਗਾ। ਫਿਰ ਉਹ ਆਪਣੇ ਜਹਾਜ਼ ਨੂੰ ਦੂਰਮਾਨ ਦੀ ਗੁਪਤ ਯੋਜਨਾ ਬਣਾ ਰਿਹਾ ਸੀ। 1754 ਵਿੱਚ ਲਿਖੀ ਆਪਣੇ ਇੱਕ ਖੱਤ ਵਿੱਚ ਉਸ ਨੇ ਆਖਿਆ ਸੀ ਕਿ 20 ਸਾਲ ਦੀ ਆਪਣੀ ਉਮਰ ਤੋਂ ਪਹਿਲਾਂ ਕਦੇ ਵੀ ਕਿਸੇ ਨੇ ਵੀ ਭ੍ਰਸ਼ਟ ਕਰਨ ਦੀ ਕੋਸ਼ਿਸ਼ ਕਰਨ ਤੋਂ ਬਗੈਰ ਕਿਸੇ ਦੀ ਵੀ ਸੰਗਤ ਵਿੱਚ ਇੱਕ ਘੰਟਾ ਵੀ ਨਹੀਂ ਸੀ ਰਿਹਾ। ਉਸ ਨੇ ਆਖਿਆ ਸੀ ਕਿ ਮੇਰਾ ਰੋਜ਼ ਦਾ ਜੀਵਨ ਸਭ ਤੋਂ ਵੱਧ ਪਰਮੇਸ਼ਰ ਦੀ ਨਿੰਦਿਆ ਅਤੇ ਗਾਲਾਂ ਕੱਢਣ ਵਾਲਾ ਸੀ। ਮੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਕਿਸੇ ਆਖਣ ਤੋਂ ਵੱਡੇ ਨਿੰਦਕ ਨੂੰ ਮਿਲਿਆ ਹੋਵਾਂ। ਮੈਂ ਨਵੀਆਂ ਗਾਲਾਂ ਦਾ ਖੋਜੀ ਸੀ। ਉਹ ਆਖਦਾ ਹੈ ਕਿ ਮੈਂ ਸਿਰਫ ਖੁਦ ਹੀ ਆਪਣੇ ਹੱਥੀਂ ਪਾਪ ਨਹੀਂ ਸੀ ਕਰਦਾ, ਬਲਕਿ ਦੂਸਰਿਆਂ ਨੂੰ ਵੀ ਹਰ ਮੌਕਾ ਮਿਲਣ ਤੇ ਰਿਝਾਉਣ ਅਤੇ ਉਹਨਾਂ ਨੂੰ ਉਹ ਵਿੱਚ ਫਸਾਉਣ ਲੱਗਾ ਰਹਿੰਦਾ ਸੀ। ਕਰਨੇਲੀਅਸ ਪਲੇਟਿੰਗਾ ਨਾਂ ਦਾ ਇੱਕ ਸਮਾਕਾਲੀ ਧਰਮ ਸ਼ਾਸਤਰੀ ਮਨੁੱਖ ਦੇ ਪਾਪ ਬਾਰੇ ਬਿਨਾਂ ਸੋਚਿਆ ਪਰਮੇਸ਼ਰ ਦੀ ਕਿਰਪਾ ਬਾਰੇ ਕੁਝ ਵੀ ਗੌਰ ਨਹੀਂ ਸੀ ਕਰਦਾ। ਉਹਦੇ ਬਾਰੇ ਚੇਤਾਵਨੀ ਦਿੰਦਾ ਆਖਦਾ ਹੈ ਕਿ ਪਾਪ ਤੋਂ ਬਗੈਰ ਕਿਰਪਾ ਦਾ ਜ਼ਿਕਰ ਕਰਨਾ ਯਿਸੂ ਮਸੀਹ ਦੀ ਸਲੀਬ ਨੂੰ ਮਹੱਤਵਹੀਣ ਠਹਿਰਾਉਣਾ ਹੈ ਅਤੇ ਇਹ ਇਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਨੂੰ ਸਮਤਾ ਸਮਝਣਾ ਹੈ ਜੋ ਸਾਡੇ ਕੋਲ ਹਮੇਸ਼ਾ ਇਸ ਦੇ ਉੱਤੇ ਲਹੂ ਨੂੰ ਲੈ ਕੇ ਹੀ ਪਹੁੰਚਦੀ ਹੈ। ਸੰਖੇਪ ਵਿੱਚ ਮਸੀਹ ਕਲੀਸਿਆ ਲਈ ਪਾਪ ਦੀ ਖਾਤਿਕ ਅਸਲੀਅਤ ਤੋਂ ਇਨਕਾਰ ਕਰਨਾ ਖੁਸ਼ਖਬਰੀ ਦੀ ਨਾੜ ਨੂੰ ਕੱਟਣ ਦੀ ਤਰ੍ਹਾਂ ਹੀ ਹੈ, ਕਿਉਂਕਿ ਗੰਭੀਰ ਸੱਚਾਈ ਇਹ ਹੈ ਕਿ ਪਾਪ ਤੋਂ ਬਗੈਰ ਕਿਰਪਾ ਦੀ ਖੁਸ਼ਖਬਰੀ ਬੇਹੱਦ ਗੈਰ ਜ਼ਰੂਰੀ ਅਤੇ ਆਖਰਕਾਰ ਅਰੋਚਕ ਬਣ ਜਾਂਦੀ ਹੈ। ਇਹ ਤਾਂ ਪਾਲੂਸ ਰਸੂਲ ਦੀ ਆਪਣੇ ਖੁਦ ਦੇ ਪਾਪ ਬਾਰੇ ਇਮਾਨਦਾਰੀ ਹੀ ਸੀ ਜੋ ਕਿ ਜੌਨ ਨਿਊਟਨ ਲਈ ਪਾਲੂਸ ਦੀ ਖੁਸ਼ਖਬਰੀ ਵਿੱਚ ਆਸ ਪਾਉਣ ਦਾ ਕਾਰਨ ਬਣੀ। ਜੌਨ ਨਿਊਟਨ ਦੀ ਆਤਮ ਕਥਾ ਲੇਖਕ ਯਰੂ ਬਿਨਸ਼ਮਾਰਸ਼ ਆਖਿਆ ਸੀ
ਕਿ ਜੌਨ ਨਿਊਟਨ ਨੇ ਪਾਲੂਸ ਦੇ ਮਨ ਫਰੋਹ ਵਿੱਚ ਇੱਕ ਖਾਸ ਦਿਲਾਸਾ ਪਾਇਆ ਸੀ, ਕਿਉਂਕਿ ਉਹ ਠੀਕ ਉਸ ਦੀ ਤਰ੍ਹਾਂ ਪਾਲੂਸ ਇਸ ਬਾਰੇ ਪੂਰੀ ਤਰ੍ਹਾਂ ਜਾਣ ਲਿਆ ਸੀ ਕਿ ਉਹ ਮਹਾਪਾਪੀ ਸੀ, ਕਿਉਂਕਿ ਉਸ ਨੇ ਮਸੀਹਾਂ ਦੀ ਨੇਚਾ ਉੱਤੇ ਧਾਵਾ ਬੋਲਿਆ ਸੀ। ਜਵਾਨ ਤਮੋਥੀਅਸ ਨੂੰ ਆਪਣੀ ਪੱਤਰੀ ਵਿੱਚ ਪਾਲੂਸ ਨੇ ਲਿਖਿਆ ਸੀ, ਭਾਵੇਂ ਮੈਂ ਪਹਿਲਾਂ ਕੁਫਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕਾਖੋਰ ਸਾਂ, ਪਰ ਮੇਰੇ ਉੱਤੇ ਰਹਿਮ ਹੋਇਆ ਹੈ, ਇਸ ਜੋ ਮੈਂ ਇਹ ਬੇਪ੍ਰਤੀਤੀ ਵਿੱਚ ਅਣਜਾਣੇ ਪੁਣੇ ਨਾਲ ਕੀਤਾ, ਅਤੇ ਸਾਡੇ ਪ੍ਰਭੂ ਦੀ ਕਿਰਪਾ, ਨੇਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਸੂ ਵਿੱਚ ਹੈ, ਅੱਤ ਕਨੇਰੀ ਹੋਈ। ਪਹਿਲਾ ਤਮੋਥੀਅਸ ਪਹਿਲਾ ਅਧਿਆਇ 13 ਔਰ 14 ਵਚਨ। ਆਓ ਅਸੀਂ ਬਾਈਬਲ ਬਾਣੀ ਵਿੱਚ ਰੋਮੀਓ ਦੀ ਪੱਤਰੀ 3 ਅਧਿਆਇ 10 ਤੋਂ 20 ਵਚਨ ਵਿੱਚ ਬਿਆਨ ਕਿਰਪਾ ਦੀ ਭੂਮਿਕਾ ਬਾਰੇ ਗੌਰ ਕਰਦੇ ਹਾਂ। ਜੌਨ ਨਿਊਟਨ ਦੇ ਅਨੁਸਾਰ ਸਾਡੇ ਆਪਣੇ ਜੀਵਨਾਂ ਵਿੱਚ ਪਾਪ ਨੂੰ ਸਮਝ ਲੈਣਾ ਹੀ ਕਿਰਪਾ ਦਾ ਮੁੱਢ ਹੈ, ਅਤੇ ਜਦੋਂ ਤੱਕ ਅਸੀਂ ਇਸ ਅਸਲੀਅਤ ਨੂੰ ਪੱਕ ਤੌਰ ਤੇ ਆਪਣੇ ਨਾਲ ਨਹੀਂ ਜੋੜ ਲੈਂਦੇ ਕਿ ਸਾਨੂੰ ਕਿਰਪਾ ਦੀ ਲੋੜ ਹੈ, ਉਦੋਂ ਤੱਕ ਅਸੀਂ ਕਦੇ ਵੀ ਇਸ ਨੂੰ ਪ੍ਰਾਪਤ ਨਹੀਂ ਕਰਾਂਗੇ। ਸਮੱਸਿਆ ਇਹ ਹੈ ਕਿ ਇਸ ਜਗਤ ਦੇ ਅੰਦਰ ਜਦੋਂ ਕਿ ਕੋਈ ਆਪਣੇ ਜੀਵਨ ਵਿੱਚ ਸੱਚਾਈ ਨੂੰ ਬਿਠਾਉਂਦਾ ਨਹੀਂ, ਕਿ ਅਸੀਂ ਇਹ ਆਸ ਕਰਦੇ ਹੋਇਆਂ ਪਾਪ ਦੀ ਸਿੱਖਿਆ ਤੋਂ ਟੇੜ ਰਹੇ ਹਾਂ ਕਿ ਇਸੇ ਤਰ੍ਹਾਂ ਚੱਲਦਿਆਂ ਅਸੀਂ ਕਿਰਪਾ ਨੂੰ ਹੱਥ ਲਾਵਾਂਗੇ, ਅਤੇ ਇਸ ਤਰ੍ਹਾਂ ਇਹ ਕਦੇ ਵੀ ਨਹੀਂ ਹੋਵੇਗਾ। ਮੈਂ ਆਪ ਨੂੰ ਦੱਸ ਦੇਵਾਂਗਾ, ਮਾਰਕ ਮਿਕਮਿਨ ਆਪਣੀ ਪੁਸਤਕ ਵਾਈ ਸਿਨ ਮੈਟਰ ਵਿੱਚ ਲਿਖਦਾ ਹੈ ਕਿ ਸਾਡੇ ਪਾਪ ਨੂੰ ਪਛਾਣਾ ਹੀ ਕਿਰਪਾ ਦਾ ਮੁੱਢ ਹੈ। ਪਾਪ ਕੋਈ ਪ੍ਰਸਿੱਧ ਸ਼ਬਦ ਨਹੀਂ ਹੈ। ਕੋਈ ਪ੍ਰਚਾਰਕ ਵੀ ਜ਼ਿਆਦਾ ਦੋਸ਼ੀ ਠਹਿਰਾਉਣਾ ਅਤੇ ਦੂਸਰਿਆਂ ਨੂੰ ਜਾਂਚਣ ਉੱਤੇ ਜ਼ੋਰ ਦਿੰਦੇ ਹਨ, ਨਾ ਕਿ ਕਿਰਪਾ ਦੀ ਭਾਲ ਕਰਨ ਵਿੱਚ। ਹੋ ਸਕਦਾ ਹੈ ਕਿ ਇਸ ਸ਼ਬਦ ਦਾ ਇਸਤੇਮਾਲ ਆਪ ਤੋਂ ਕੰਮ ਲੈਣਾ ਅਤੇ ਆਪ ਨੂੰ ਉਸ ਤਰ੍ਹਾਂ ਵਰਤਾਓ ਕਰਨ ਲਈ ਮਜਬੂਰ ਕਰਨ ਲਈ ਕੀਤਾ ਗਿਆ ਹੈ ਜਿਸ ਤਰ੍ਹਾਂ ਕੋਈ ਚਾਹੁੰਦਾ ਹੈ, ਜਾਂ ਫਿਰ ਸੰਭਵ ਹੈ ਕਿ ਪਾਪ ਸ਼ਬਦ ਆਮ ਮਖੌਲ ਦਾ ਵਿਸ਼ਾ ਬਣ ਕੇ ਹੀ ਰਹਿ ਗਿਆ ਹੈ ਅਤੇ ਇਹ ਆਪਣੀ ਖਿੱਚ ਗੁਆ ਚੁੱਕਾ ਹੈ। ਅਗਲੇ ਹੀ ਦਿਨ ਇੱਕ ਪਾਸਵਾਨ ਨੂੰ ਕੋਈ ਸਵਾਲ ਕਰ ਰਿਹਾ ਸੀ ਕਿ ਪਾਪ ਦੇ ਸੁਆਹ ਕੀ ਹੈ ਅਤੇ ਕੀ ਆਪਨੇ ਕਦੇ ਆਪਣੇ ਵਿਆਖਿਆ ਮੰਚ ਤੇ ਪਾਪ ਨਾਲ ਨਿਪਟਾਇਆ ਹੈ। ਉਸ ਨੇ ਆਖਿਆ, ਕਦੇ ਨਹੀਂ। ਮੈਂ ਤਾਂ ਪਾਪ ਬਾਰੇ ਕਦੇ ਗੱਲ ਹੀ ਨਹੀਂ ਕਰਦਾ। ਮੈਂ ਨਿਆਂ ਦਾ ਜ਼ਿਕਰ ਕਦੇ ਨਹੀਂ ਕਰਦਾ। ਮੈਂ ਤਾਂ ਇਹੋ ਜਿਹੀਆਂ ਨਮਾਰਤਿਕ ਚੀਜ਼ਾਂ ਬਾਰੇ ਗੱਲ ਹੀ ਨਹੀਂ ਕਰਨੀ ਚਾਹੁੰਦਾ ਜੋ ਕਿ ਲੋਕਾਂ ਨੂੰ ਕਲੀਸਿਆ ਭਵਨ ਤੋਂ ਨਿਰਾਸ਼ ਕਰਕੇ ਜਾਂ ਘਟੀਆ ਮਹਿਸੂਸ ਕਰਕੇ ਬਾਹਰ ਤੋਰਦੀਆਂ ਹਨ। ਕੈਂਸਰ ਤੋਂ ਬਚ ਨਿਕਲਣ ਵਾਲਾ ਹੁੰਦਿਆਂ ਮੈਂ ਆਪਣੇ ਆਪ ਵਿੱਚ ਸੋਚਿਆ, ਕੈਂਸਰ ਦੇ ਡਾਕਟਰ ਕੋਲ ਜਾਣ ਦੀ ਤਰ੍ਹਾਂ ਹੀ ਜੋ ਆਪਣੇ ਸਰੀਰ ਵਿੱਚ ਕੈਂਸਰ ਦੀ ਹੋਦ ਨੂੰ ਵੇਖਣ ਤੋਂ ਬਾਅਦ ਜਦੋਂ ਆਪ ਜਾਣ ਲੱਗੋਦੇ ਹੋ, ਆਖਦੇ ਹੋ, ਜੀ ਹਾਂ, ਸ਼ਾਇਦ ਤੁਹਾਨੂੰ ਕੁਝ ਛੋਟੀਆਂ-ਮੋਟੀਆਂ ਸਮੱਸਿਆਵਾਂ ਹੀ ਹਨ, ਪਰ ਮੈਂ ਤਾਂ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਾਂ ਤਾਂ ਕਿ ਆਪ ਭਵਿੱਖ ਦੀ ਚਿੰਤਾ ਕਰਦੇ ਘਰ ਨਾ ਜਾਓ। ਇਸ ਕਰਕੇ ਆਓ ਅਸੀਂ ਅੱਛੀਆਂ ਗੱਲਾਂ ਹੀ ਕਰਦੇ ਹਾਂ। ਆਪ ਦੀ ਨਜ਼ਰ ਬਹੁਤ ਅੱਛੀ ਹੈ। ਆਪ ਦੇ ਖੂਨ ਦਾ ਦੌਰਾ ਬਹੁਤ ਸੱਚਮੁੱਚ ਅੱਛਾ ਹੈ। ਕਿ ਆਪ ਜਾਣਦੇ ਹੋ, ਜੋ ਵੀ ਡਾਕਟਰ ਕੁਝ ਇਸ ਤਰ੍ਹਾਂ ਦਾ ਆਪ ਦਾ ਡਾਕਟਰੀ ਮੁਆਇਨਾ ਕਰੇ, ਆਪ ਕਦੇ ਵੀ ਦੁਬਾਰਾ ਫਿਰ ਇਹੋ ਜਿਹੇ ਡਾਕਟਰ ਕੋਲ ਨਹੀਂ ਜਾਓਗੇ। ਇਸ ਤਰ੍ਹਾਂ ਕਿਉਂ ਹੈ ਕਿ ਅਸੀਂ ਨਹੀਂ ਸਮਝ ਸਕਦੇ ਕਿ ਜਦੋਂ ਤੱਕ ਅਸੀਂ ਇਹ ਨਹੀਂ ਸਮਝ ਸਕਦੇ ਕਿ ਸਾਨੂੰ ਕੋਈ ਬਿਮਾਰੀ ਹੈ, ਤਦ ਹੀ ਨਰੋਏ ਹੋਣ ਦੇ ਯੋਗ ਨਹੀਂ ਹੋ ਸਕਦੇ। ਕੀ ਇਹ ਰੋਚਕ ਨਹੀਂ ਹੈ ਕਿ ਇਸ ਤਰ੍ਹਾਂ ਅਸੀਂ ਹਮੇਸ਼ਾ ਹੀ ਜਿਉਣਾ ਆਰੰਭ ਆਪਣੇ ਪਾਪ ਨੂੰ ਢੱਕਣ ਦੀ ਕੋਸ਼ਿਸ਼ ਕਰਦਿਆਂ ਹੀ ਕਰਦੇ ਰਹਿੰਦੇ ਹਾਂ। ਇਹ ਜੋ ਸਭ ਛੋਟੀਆਂ ਚਲਾਕੀਆਂ ਦਾ ਇਸਤੇਮਾਲ ਆਪਣੇ ਆਪ ਨੂੰ ਇਹ ਮਹਿਸੂਸ ਕਰਾਉਣ ਲਈ ਕਰਦੇ ਹਾਂ ਸਾਨੂੰ ਕੋਈ ਵੀ ਬਿਮਾਰੀ ਨਹੀਂ ਹੈ। ਮੈਂ ਇੱਕ ਛੋਟੇ ਲੜਕੇ ਬਾਰੇ ਇਸ ਕਹਾਣੀ ਪੜ੍ਹੀ ਹੈ ਜਿਸ ਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਸੀ। ਉਸ ਦੀ ਮਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਹ ਸੀ ਕਿ ਉਹ ਭੇਡਾਂ ਦੀ ਗਿਣਤੀ ਕਰੇ। ਇਸ ਤਰ੍ਹਾਂ ਉਹ ਆਪਣੇ ਸੌਣ ਵਾਲੇ ਕਮਰੇ ਵਿੱਚ ਭੇਡਾਂ ਨੂੰ ਗਿਣ ਲਈ ਗਿਆ ਅਤੇ ਥੋੜ੍ਹੇ ਚਿਰ ਬਾਅਦ ਆਪਣੀ ਮਾਂ ਦੇ ਕਮਰੇ ਵਿੱਚ ਆ ਕੇ ਆਖਣ ਲੱਗਾ, ਮੰਮੀ, ਤੈਨੂੰ ਪਤਾ ਹੈ ਕਿ ਤੂੰ ਮੈਨੂੰ ਭੇਡਾਂ ਗਿਣਨ ਨੂੰ ਕਿਹਾ ਸੀ। ਉਸ ਨੇ ਆਖਿਆ, ਹਾਂ ਮੇਰੇ ਪਿਆਰੇ ਬੱਚੇ। ਲੜਕਾ ਆਖਣ ਲੱਗਾ, ਮੈਨੂੰ ਦੱਸਣਾ ਪੈਣਾ ਹੈ ਕਿ ਉਹਨਾਂ ਵਿੱਚੋਂ ਇੱਕ ਭੇਡ ਨੇ ਮੇਰੇ ਬਿਸਤਰ ਗਿੱਲਾ ਕਰ ਦਿੱਤਾ ਹੈ। ਕੀ ਇਹ ਦਿਲਚਸਪ ਗੱਲ ਨਹੀਂ ਹੈ? ਅਸੀਂ ਪਾਪ ਨੂੰ ਇਸੇ ਤਰ੍ਹਾਂ ਹੀ ਢੱਕਦੇ ਹਾਂ। ਅਸੀਂ ਇਸ ਦੇ ਦੋਸ਼ੀ ਕਿਸੇ ਹੋਰ ਨੂੰ ਠਹਿਰਾਉਂਦੇ ਹਾਂ। ਅਸੀਂ ਤਾਂ ਇਹ ਸਾਲਾਂ ਬੱਧੀ ਕਰਦੇ ਆ ਰਹੇ ਹਾਂ। ਅਸੀਂ ਠੀਕ ਇਸੇ ਤਰ੍ਹਾਂ ਹੀ ਕਰਦੇ ਹਾਂ। ਅਸੀਂ ਤਾਂ ਅਸਲੀਅਤ ਦਾ ਸਾਹਮਣਾ ਹੀ ਨਹੀਂ ਕਰਨਾ ਚਾਹੁੰਦੇ। ਸਾਨੂੰ ਸੱਚਮੁੱਚ ਇੱਕ ਬਿਮਾਰੀ ਹੈ। ਪਰ ਗੌਰ ਕਰੋ ਕਿ ਸੱਚਮੁੱਚ ਜਦੋਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਦ ਅਸੀਂ ਕਦੇ ਵੀ ਪਰਮੇਸ਼ਰ ਦੀ ਕਿਰਪਾ ਨੂੰ ਕਬੂਲਣ ਦੀ ਖੁਆਇਸ਼ ਨਹੀਂ ਰੱਖਾਂਗੇ। ਜੇਕਰ ਮੈਂ ਸੋਚਦਾ ਹਾਂ ਕਿ ਮੈਂ ਖੁਦ ਹੀ ਕਰ ਸਕਦਾ ਹਾਂ ਤਦ ਪਰਮੇਸ਼ਰ ਦੀ ਕਿਰਪਾ ਦੀ ਮੈਨੂੰ ਜ਼ਰੂਰਤ ਹੋਵੇਗੀ। ਇਸ ਕਰਕੇ ਪੌਲੁਸ ਨੇ ਆਪਣੇ ਜੀਵਨ ਵਿੱਚ ਕਦੇ ਵੀ ਪਾਪ ਦੀ ਅਣਦੇਖੀ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਇਹ ਤਾਂ ਬੜਾ ਰੋਚਕ ਹੈ ਕਿ ਪੌਲੁਸ ਨੇ ਆਪਣੀ ਸੇਵਾ ਦੇ ਦੌਰਾਨ
ਆਪਣੇ ਜੀਵਨ ਨੂੰ ਤੱਕ ਕੇ ਆਖਿਆ ਸੀ ਜਦੋਂ ਉਸ ਨੇ ਆਪਣੀ ਲਿਖੀ ਪੱਤਰੀਆਂ ਵਿੱਚ ਇੱਕ ਪੌ ਪਹਿਲੀ ਕੁਰਿੰਥੀਆਂ ਦੀ ਪੱਤਰੀ 15 ਅਧਿਆਇ ਨੂੰ ਲਿਖਿਆ ਸੀ। ਤਦ ਉਸ ਨੇ ਆਪਣੇ ਆਪ ਨੂੰ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਕਰਕੇ ਆਖਿਆ ਸੀ। ਪਹਿਲਾ ਕੁਰਿੰਥੀਆਂ 15 ਅਧਿਆਇ 9 ਵਚਨ। ਫਿਰ ਕੁਝ ਹੋਰ ਬੁੱਢੇ ਹੋਣ ਤੋਂ ਬਾਅਦ ਜਦੋਂ ਇਫਸੀਆਂ ਦੀ ਪੱਤਰੀ ਲਿਖੀ ਤਦ ਉਹਨੇ ਆਪਣੇ ਆਪ ਨੂੰ ਸਾਰੇ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਕਰਦੇ ਆਖਦਾ ਹੈ। ਇਫਸੀਆਂ 3 ਦੇ 8 ਦੇ ਅੰਤ ਵਿੱਚ ਅਸੀਂ ਆਪਣੀ ਨੇਚਾ ਵਿੱਚ ਪ੍ਰਵਿਕ ਹੋਣ ਤੋਂ ਬਾਅਦ ਪਹਿਲੀ ਤਮੋਥੀਅਸ ਦੀ ਪੱਤਰੀ ਵਿੱਚ ਉਸ ਨੇ ਆਪਣੇ ਆਪ ਨੂੰ ਮਹਾਪਾਪੀ ਆਖਿਆ ਸੀ। ਪਹਿਲਾ ਤਮੋਥੀਅਸ ਪਹਿਲਾ ਅਧਿਆਇ 15 ਵਚਨ। ਕਿ ਇਹ ਪਿਛਾਂ ਖਿੱਚੂ ਗੱਲ ਨਹੀਂ ਰੱਬ ਦੀ, ਪਰ ਇਹ ਤਾਂ ਪਿਛਾਂ ਬਿਲਕੁਲ ਖਿੱਚੂ ਗੱਲ ਨਹੀਂ, ਕਿਉਂਕਿ ਜਿੰਨਾ ਹੀ ਅਸੀਂ ਨੇੜੇ ਇਹ ਜਾਣਨ ਦੀ ਢੁੱਕਦੇ ਹਾਂ ਪਰਮੇਸ਼ਰ ਕੌਣ ਹੈ, ਓਨਾ ਹੀ ਜ਼ਿਆਦਾ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਕੌਣ ਹਾਂ। ਠੀਕ ਜਿਸ ਤਰ੍ਹਾਂ ਜਦੋਂ ਅਸੀਂ ਆਪਣੀ ਤੁਲਨਾ ਇੱਕ ਦੂਸਰੇ ਨਾਲ ਕਰਦੇ ਹਾਂ, ਅਸੀਂ ਇਸ ਨੂੰ ਨਿਆਂ ਸੰਗਤ ਲੈਂਦੇ ਹਾਂ ਕਿ ਅਸੀਂ ਉਨੇ ਬੁਰੇ ਨਹੀਂ ਜਿੰਨਾ ਬੁਰਾ ਅਸੀਂ ਹੋ ਸਕਦੇ ਹਾਂ, ਜਾਂ ਫਿਰ ਜਿੰਨੇ ਬੁਰੇ ਦੂਸਰੇ ਹਨ। ਇਹ ਤਾਂ ਤਦ ਹੀ ਹੁੰਦਾ ਹੈ ਜਦੋਂ ਅਸੀਂ ਇਸ ਸ਼ੁੱਧਤਾ ਅਤੇ ਪਵਿੱਤਰਤਾ ਨੂੰ ਸਮਝ ਲੈਂਦੇ ਹਾਂ ਕਿ ਪਰਮੇਸ਼ਰ ਕੌਣ ਹੈ। ਤਦ ਅਸੀਂ ਇਸ ਨੂੰ ਪਛਾਣ ਲੈਂਦੇ ਹਾਂ ਕਿ ਅਸੀਂ ਸਾਰੇ ਆਪਣੇ ਆਪ ਨੂੰ ਨੀਚ ਕਰਕੇ ਆਖ ਸਕਦੇ ਹਾਂ, ਅਤੇ ਜੌਨ ਨਿਊਟਨ ਨੇ ਇਸ ਨੂੰ ਆਪਣੇ ਖੁਦ ਦੇ ਨਿੱਜੀ ਜੀਵਨ ਵਿੱਚ ਸਮਝ ਲਿਆ ਸੀ। ਇਸ ਕਰਕੇ ਪੌਲੁਸ ਰੋਮੀਓ ਦੀ ਪੱਤਰੀ 3 ਅਧਿਆਇ 10 ਤੋਂ 18 ਐਤਾਂ ਵਿੱਚ ਪੁਰਾਣੇ ਨੇਮ ਵਿੱਚ ਬਚਨਾਂ ਦਾ ਹਵਾਲਾ ਦਿੰਦੇ ਹੋਏ ਇਸ ਵਿੱਚ ਹਰੇਕ ਮਨੁੱਖ ਅਤੇ ਔਰਤ ਨੂੰ ਸ਼ਾਮਿਲ ਕਰਦਾ ਹੈ। ਰੋਮੀਓ ਦੀ ਸਮੁੱਚੀ ਪੱਤਰੀ ਵਿੱਚੋਂ ਇਹ ਪੁਰਾਣੇ ਨੇਮ ਦੇ ਸਭ ਤੋਂ ਲੰਬੇ ਹਵਾਲੇ ਹਨ। ਅੱਜ ਪਰਮੇਸ਼ਰ ਦੀ ਬਾਣੀ ਦੇ ਇਖਤਿਆਰ ਨਾਲ ਮੈਂ ਆਪ ਨੂੰ ਆਖਦਾ ਹਾਂ ਕਿ ਜਦੋਂ ਪਾਪ ਦੀ ਗੱਲ ਆਉਂਦੀ ਹੈ, ਅਸੀਂ ਸਾਰੇ ਇੱਕੋ ਹੀ ਸਥਾਨ ਤੇ ਹਾਂ। ਅਸੀਂ ਸਭ ਪਾਪੀ ਹਾਂ। ਹੁਣ ਆ ਪਾਪ ਰੋਮੀਓ 3 ਅਧਿਆਇ 10 ਤੋਂ 18 ਵਚਨਾਂ ਨੂੰ ਸੁਣੋ ਅਤੇ ਆਪਣੀ ਬਾਈਬਲ ਵਿੱਚ ਖੁਦ ਮੇਰੇ ਲਈ ਇਸ ਉੱਤੇ ਝਾਤੀ ਮਾਰੋ। ਕਦੋਂ ਮੈਂ ਇਹ ਵਚਨ ਤੁਹਾਡੇ ਲਈ ਪੜ੍ਹਦਾ ਹਾਂ, ਜਿਵੇਂ ਲਿਖਿਆ ਹੋਇਆ ਹੈ, ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਪਰਮੇਸ਼ਰ ਦਾ ਕੋਈ ਤਾਲਬ ਨਹੀਂ। ਉਹ ਸਭ ਕੁਰਾਏ ਪੈ ਗਏ ਹਨ, ਉਹ ਸਾਰੇ ਦੇ ਸਾਰੇ ਨਿਕੰਮੇ ਹੋਏ ਹਨ, ਕੋਈ ਭਾਲ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਛਲ ਕੀਤਾ ਹੈ, ਉਹਨਾਂ ਦੇ ਬੁੱਲ੍ਹਾਂ ਹੇਠਾਂ ਜ਼ਹਿਰੀ ਸੱਪਾਂ ਦੀ ਵਿਸ਼ ਹੈ, ਉਹਨਾਂ ਦਾ ਮੁੱਖ ਸਰਾਪਾਂ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਪੈਰ ਲਹੂ ਬਹਾਉਣ ਲਈ ਛਾਲਕ ਹਨ, ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ, ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ, ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਰ ਦਾ ਭੈ ਹੈ ਹੀ ਨਹੀਂ। ਗੌਰ ਕਰੋ, ਪੌਲੁਸ 5 ਵਾਰ ਇਹ ਗੱਲ ਦਰਸਾਉਂਦਾ ਹੈ, ਕੋਈ ਨਹੀਂ, ਇੱਕ ਵੀ ਨਹੀਂ। ਇੱਕ ਦਰਖਤ ਨੂੰ ਕੱਟਣ ਲਈ ਕੁੜਾਏ ਬਾਰੇ ਮਾਨ ਦੀ ਤਰ੍ਹਾਂ ਹੀ ਪੌਲੁਸ ਦੁਆਰਾ ਪੁਰਾਣੇ ਨਾਮ ਵਿੱਚ ਬਾਰ-ਬਾਰ ਦਿੱਤੇ ਹਵਾਲੇ ਪਰਮੇਸ਼ਰ ਤੇ ਬਿਨਾਂ ਮਨੁੱਖ ਲਈ ਕਿਸੇ ਵੀ ਤਰ੍ਹਾਂ ਦੀ ਆਸ ਨੂੰ ਨਾਸ਼ ਕਰ ਦਿੰਦੇ ਹਨ। ਮਨੁੱਖ ਦਾ ਆਚਰਣ ਅਤੇ ਵਰਤਾਓ ਪੂਰੀ ਤਰ੍ਹਾਂ ਨਾਲ ਇਹ ਪ੍ਰਗਟ ਕਰ ਲੈਂਦਾ ਹੈ ਕਿ ਮਨੁੱਖ ਬਿਮਾਰ ਹੈ, ਉਸ ਨੂੰ ਇੱਕ ਬਿਮਾਰੀ ਹੈ ਅਤੇ ਉਹ ਪਾਪ ਵਿੱਚ ਪਿਆ ਹੋਇਆ ਹੈ। ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਕਿਉਂਕਿ ਪਰਮੇਸ਼ਰ ਦੀ ਬਾਣੀ ਇਸੇ ਤਰ੍ਹਾਂ ਆਖਦੀ ਹੈ। ਧਿਆਨਪੂਰਵਕ ਸੁਣਨਾ, ਜਦੋਂ ਬਾਈਬਲ ਆਖਦੀ ਹੈ ਕਿ ਅਸੀਂ ਪੂਰੀ ਤਰ੍ਹਾਂ ਪਾਪ ਵਿੱਚ ਪਏ ਹੋਏ ਹਾਂ, ਇਸ ਦਾ ਇਹ ਬਿਲਕੁਲ ਹੀ ਨਹੀਂ ਹੁੰਦਾ ਕਿ ਅਸੀਂ ਸਾਰੇ ਜਿੰਨੇ ਵੱਧ ਤੋਂ ਵੱਧ ਭੈੜੇ ਹੋ ਸਕਦੇ ਹਾਂ ਓਨੇ ਭੈੜੇ ਹਾਂ। ਅਸੀਂ ਸਾਰੇ ਹੀ ਪਵਿਚਾਰੀ, ਨਿਵੇਸ਼ੀ, ਖੂਨੀ ਨਹੀਂ, ਜੋ ਕਿ ਕੁਝ ਵੀ ਆਪ ਆਪਣੀਆਂ ਪਾਪਾਂ ਦੀਆਂ ਸੂਚੀਆਂ ਵਿੱਚ ਜੋੜ ਸਕਦੇ ਹੋ। ਪੂਰੀ ਤਰ੍ਹਾਂ ਪਾਪ ਵਿੱਚ ਪੈਣ ਦਾ ਅਰਥ ਸਾਡੇ ਪਾਪ ਦੇ ਦਰਜੇ ਨਹੀਂ, ਇਸ ਤੋਂ ਭਾਵ ਤਾਂ ਸਾਡੇ ਪਾਪ ਦੇ ਵਿਸਤਾਰ ਤੋਂ ਹੁੰਦਾ ਹੈ ਕਿ ਇਸ ਤਰ੍ਹਾਂ ਪਾਪ ਸਾਡੇ ਸਾਰੇ ਭਾਗਾਂ ਵਿੱਚ ਫੈਲਿਆ ਹੋਇਆ ਹੈ। ਅਸੀਂ ਕੁਝ ਵੀ ਹਾਂ, ਅਸੀਂ ਜੋ ਕੁਝ ਵੀ ਕਰਦੇ ਹਾਂ, ਪਾਪ ਸਾਡੇ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ, ਇੱਥੋਂ ਤੱਕ ਕਿ ਸਾਡੇ ਭਲੇ ਪਲਾਂ ਵਿੱਚ ਵੀ ਸਾਡੇ ਉਦੇਸ਼ਾਂ ਵਿੱਚ ਖੁਦਗਰਜੀ ਭਰੀ ਹੋਈ ਸਕਦੀ ਹੈ। ਇਸ ਤਰ੍ਹਾਂ ਸਾਨੂੰ ਪਾਪ ਦੀ ਤਿਆਰੀ ਤਾਂ ਹੀ ਇਸੇ ਕਰਕੇ, ਜਦੋਂ ਤੱਕ ਆਪ ਇਸ ਨਾਲ ਨਹੀਂ ਲਿਪਟ ਲੈਂਦੇ, ਆਪ ਕਿਰਪਾ ਦੇ ਸੰਦੇਸ਼ ਦੇ ਸੁਣਨ ਦੀ ਖਾਹਿਸ਼ ਨਹੀਂ ਰੱਖੋਗੇ, ਜਦ ਤੱਕ ਕਿ ਅਸੀਂ ਕਲੀਸਿਆ ਵਿੱਚ ਪਾਪ ਨੂੰ ਛੱਡਦੇ ਜਾਵਾਂਗੇ, ਖੁਸ਼ਖਬਰੀ ਨੂੰ ਕਬੂਲਣ ਵਾਲੇ ਨਹੀਂ ਹੋਵਾਂਗੇ। ਜਦੋਂ ਲੋਕ ਇਹ ਸੋਚਦੇ ਹਨ ਕਿ ਉਹ ਇਹ ਸਭ ਖੁਦ ਹੀ ਕਰ ਸਕਦੇ ਹਨ, ਤਦ ਕੋਈ ਕਿਰਪਾ ਨੂੰ ਕਿਉਂ ਚਾਹੇਗਾ। ਇਸ ਤਰ੍ਹਾਂ ਕਰਕੇ ਅਸੀਂ ਪਰਮੇਸ਼ਰ ਦੁਆਰਾ ਸਾਨੂੰ ਦਿੱਤੀ ਸਭ ਤੋਂ ਗੰਭੀਰ ਚੇਤਾਵਨੀ ਦੀ ਅਣਦੇਖੀ ਕਰਦੇ ਹਾਂ। ਇਸ ਕਰਕੇ ਹੀ ਪਰਮੇਸ਼ਰ ਦੀ ਸਭ ਤੋਂ ਮਹਾਨ ਖੁਸ਼ਖਬਰੀ ਨੂੰ ਇੱਕ ਪਾਸੇ ਛੱਡ ਰਹੇ ਹਾਂ। ਮੈਂ ਕੋਰਨੇਲੀਅਸ ਪਲਟਿੰਗਾ ਨਾਂ ਦੇ ਲੇਖਕ ਦੇ ਦੁਆਰਾ ਆਖੇ ਸ਼ਬਦ ਆਪ ਨੂੰ ਬਿਆਨ ਕਰਦਾ ਹਾਂ। ਕਿਰਪਾ ਦੀਆਂ ਹਕੀਕਤਾਂ ਤੋਂ ਬਿਨਾਂ ਪਾਪ ਦਾ ਬਿਆਨ ਕਰਨਾ ਸਾਡੀ ਮੂਰਖਤਾ, ਵਿਦਰੋਹ ਅਤੇ ਨੁਕਸਾਨ ਦਾ। ਜਗਤ ਨੂੰ ਇਹ ਆਖਣਾ ਹੋਵੇਗਾ ਕਿ ਮੇਰੇ ਕੋਲ ਇੱਕ ਬੁਰੀ ਖਬਰ ਹੈ ਕਿ ਆਪ ਮਸੀਹ ਧਰਮ ਦੇ ਕੇਂਦਰ ਸਾਡੇ ਪਾਪ ਨਹੀਂ, ਬਲਕਿ ਸਾਡਾ ਮੁਕਤੀਦਾਤਾ ਹੈ। ਆਪ ਗੌਰ ਕਰੋ, ਮੈਂ ਆਪ ਨੂੰ ਮੁਕਤੀਦਾਤਾ ਬਾਰੇ ਦੱਸਣਾ ਚਾਹੁੰਦਾ ਹਾਂ, ਪਰ ਉਸ ਤੋਂ ਪਹਿਲਾਂ ਮੈਨੂੰ ਸਾਡੇ ਪਾਪਾਂ ਬਾਰੇ ਦੱਸਣਾ ਪੈਣਾ ਹੈ, ਕਿਉਂਕਿ ਜੇਕਰ ਅਸੀਂ ਆਪਣਾ ਪਾਪ ਨਹੀਂ ਸਮਝ ਲੈਂਦੇ ਤਾਂ ਸਾਨੂੰ ਮੁਕਤੀਦਾਤੇ ਵੱਲੋਂ ਕੋਈ ਕਿਉਂ ਹੈ। ਇੱਕ ਮੁਕਤੀਦਾਤਾ ਕਾਹਦੇ ਵਾਸਤੇ ਹੈ?
ਉਸ ਨੂੰ ਆਉਣਾ ਅਤੇ ਸਾਨੂੰ ਸਾਡੇ ਪਾਪਾਂ ਤੋਂ ਬਚਾਉਣਾ ਪੈਣਾ ਹੈ। ਅਸੀਂ ਦੂਸਰਿਆਂ ਨੂੰ ਆਪਣੇ ਨਾਲੋਂ ਬੁਰਾ ਸਮਝਦੇ ਹਾਂ, ਪਰ ਜਦੋਂ ਅਸੀਂ ਆਪਣਾ ਪਾਪ ਪਰਮੇਸ਼ਰ ਦੇ ਵਿਰੋਧ ਕਰਦੇ ਹਾਂ, ਅਸੀਂ ਸਾਰੇ ਇੱਕੋ ਜਿਹੇ ਹੀ ਹਾਂ, ਅਸੀਂ ਸਾਰੇ ਪਾਪੀ ਹਾਂ। ਇਸ ਕਰਕੇ ਰੋਮੀਓ 3:23 ਦੇ ਵਚਨ ਇਹ ਹਨ, ਕਿਉਂਕਿ ਸਭਨਾਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਰ ਦੀ ਪ੍ਰਤਾਪ ਤੋਂ ਰਾਹਿਤ ਹਨ। ਅਸੀਂ ਬਿਮਾਰੀ ਦਾ ਪਤਾ ਕਰ ਲਿਆ ਹੈ। ਹੁਣ ਮੈਂ ਆਪ ਨੂੰ ਇਸ ਦੇ ਇਲਾਜ ਅਤੇ ਬਚਾਓ ਬਾਰੇ ਦੱਸਣਾ ਚਾਹੁੰਦਾ ਹਾਂ। ਇਸ ਦਾ ਜ਼ਿਕਰ ਰੋਮੀਓ ਦੀ ਪੱਤਰੀ 3:21-25 ਐਤਾਂ ਵਿੱਚ ਇਸ ਤਰ੍ਹਾਂ ਹੈ, ਪਰ ਹੁਣ ਸ਼ਰ੍ਹਾ ਦੇ ਬਾਝੋਂ ਪਰਮੇਸ਼ਰ ਦਾ ਧਰਮ ਪ੍ਰਗਟ ਹੋਇਆ ਹੈ ਅਤੇ ਸ਼ਰ੍ਹਾ ਅਤੇ ਨਬੀ ਉਹਦੀ ਸਾਖੀ ਦਿੰਦੇ ਹਨ, ਅਰਥਾਤ ਪਰਮੇਸ਼ਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨੇਚਾ ਕਰਨ ਤੋਂ ਪਾਈਦਾ ਹੈ। ਇਹ ਉਹਨਾਂ ਸਭਨਾਂ ਦੇ ਲਈ ਹੈ ਜਿਹੜੇ ਨੇਚਾ ਕਰਦੇ ਹਨ, ਕਿਉਂ ਜੋ ਕੁਝ ਭਿੰਨ ਭੇਦ ਨਹੀਂ, ਕਿਉਂਕਿ ਸਭਨਾਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਹਨ। ਸੋ ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ, ਮੁੱਖ ਧਰਮੀ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਪਰਮੇਸ਼ਰ ਨੇ ਉਹਦੇ ਲਹੂ ਉੱਤੇ ਨੇਚਾ ਕਰਨ ਵਾਲੇ ਪ੍ਰਸ਼ਾਸਿਤ ਠਹਿਰਾਇਆ, ਤਾਂ ਜੋ ਪਰਮੇਸ਼ਰ ਆਪਣੇ ਧਰਮ ਨੂੰ ਪ੍ਰਗਟ ਕਰੇ, ਇਸ ਲਈ ਜੋ ਉਹਨੇ ਆਪਣੀ ਖਿਮਾ ਨਾਲ ਪਿਛਲੇ ਸਮੇਂ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ। ਧੰਨਵਾਦ ਦੋਸਤੋ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡੇ ਅੱਜ ਦੇ ਬਾਈਬਲ ਅਧਿਐਨ ਤੋਂ ਬਹੁਤ ਲਾਭ ਪ੍ਰਾਪਤ ਹੋਇਆ ਹੋਵੇਗਾ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਜੌਨ ਨਿਊਟਨ ਪਰਮੇਸ਼ਰ ਦਾ ਕਿੰਨਾ ਅਹਿਸਾਨਮੰਦ ਸੀ ਕਿ ਉਹਨੂੰ ਉਸਦੀ ਉਸ ਦਸ਼ਾ ਨੂੰ ਵਿਖਾਇਆ ਜੋ ਕਿ ਬਹੁਤ ਹੀ ਘਿਨਾਉਣੀ ਅਤੇ ਨੀਚ ਸੀ, ਅਤੇ ਪਰਮੇਸ਼ਰ ਨੇ ਆਪਣੀ ਕਿਰਪਾ ਦੇ ਦੁਆਰਾ ਉਹਨੂੰ ਉਸ ਪਾਪ ਦੀ ਗੰਦਗੀ ਵਿੱਚੋਂ ਬਾਹਰ ਕੱਢ ਕੇ ਲਿਆਂਦਾ। ਦੋਸਤੋ, ਅੱਜ ਦੇ ਅਧਿਐਨ ਦੇ ਵਿੱਚ ਅਸੀਂ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਨੂੰ ਵੇਖਿਆ ਜੋ ਕਿ ਪਰਮੇਸ਼ਰ ਦੀ ਕਿਰਪਾ ਬਾਰੇ ਬਿਆਨ ਕਰਦੀਆਂ ਹਨ। ਇਹਨਾਂ ਆਇਤਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਕਿਰਪਾ ਦੀ ਭੂਮਿਕਾ ਬਾਰੇ ਵੇਖਿਆ ਸੀ। ਦੋਸਤੋ, ਜਦੋਂ ਤੱਕ ਅਸੀਂ ਆਪਣੇ ਪਾਪ ਨਾਲ ਜਾਣੂ ਨਹੀਂ ਹੋ ਜਾਂਦੇ ਨਾ, ਤਦ ਤੱਕ ਅਸੀਂ ਕਿਰਪਾ ਦੇ ਮਹੱਤਵ ਨੂੰ ਨਹੀਂ ਸਮਝ ਸਕਦੇ। ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਾਪ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਅੱਜ ਦੇ ਅਧਿਐਨ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਪਰਮੇਸ਼ਰ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਆਪਣੀ ਕਿਰਪਾ ਦੇ ਰਾਹੀਂ ਬਚਾਉਂਦਾ ਹੈ। ਪਾਪ ਤੋਂ ਬਗੈਰ ਕਿਰਪਾ ਦਾ ਜ਼ਿਕਰ ਕਰਨਾ ਯਿਸੂ ਮਸੀਹ ਦੇ ਸਲੀਬ ਉੱਤੇ ਸਾਡੀ ਖਾਤਰ ਦਿੱਤੇ ਗਏ ਬਲੀਦਾਨ ਨੂੰ ਵਿਅਰਥ ਠਹਿਰਾਣਾ ਹੈ। ਇਸ ਲਈ ਦੋਸਤੋ, ਮੁਕਤੀ ਦੇ ਲਈ ਸਾਡਾ ਸਾਰਿਆਂ ਦਾ ਕੇਂਦਰ ਬਿੰਦੂ ਯਿਸੂ ਮਸੀਹ ਹੀ ਹੋਣਾ ਚਾਹੀਦਾ ਹੈ। ਦੋਸਤੋ, ਜੇਕਰ ਤੁਸੀਂ ਵੀ ਕਿਰਪਾ ਦਾ ਸਵਾਦ ਚੱਖਣਾ ਚਾਹੁੰਦੇ ਹੋ ਤਾਂ ਤੁਸੀਂ ਯਿਸੂ ਮਸੀਹ ਨੂੰ ਆਪਣਾ ਜੀਵਨ ਸੌਂਪ ਦਿਓ। ਦੋਸਤੋ, ਕਿਰਪਾ ਦੇ ਲਈ ਕੀ ਪ੍ਰਭੂ ਯਿਸੂ ਮਸੀਹ ਤੁਹਾਡੇ ਕੇਂਦਰ ਵਿੱਚ ਹੈ? ਆਓ ਪ੍ਰਾਰਥਨਾ ਕਰੀਏ। ਸਾਡੇ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਅਸੀਂ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ। ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ, ਤੁਸੀਂ ਮਹਾਨ ਹੋ ਔਰ ਤੁਸੀਂ ਆਪਣੀ ਮਹਾਨਤਾ ਆਪਣੀ ਕਿਰਪਾ ਦੇ ਰਾਹੀਂ ਸਾਡੇ ਉੱਤੇ ਪ੍ਰਗਟ ਕੀਤੀ ਕਿ ਤੁਸੀਂ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਜੀਵਨਾਂ ਵਾਸਤੇ ਦੇ ਦਿੱਤਾ, ਜੋ ਸਾਡੇ ਖਾਤਰ ਸਲੀਬ ਦੇ ਉੱਤੇ ਮਾਰੇ ਗਏ ਔਰ ਸਾਨੂੰ ਪ੍ਰਭੂ ਜੀ ਪਾਪਾਂ ਤੋਂ, ਸਾਡੀ ਬਿਮਾਰੀਆਂ ਤੋਂ ਹਮੇਸ਼ਾ ਲਈ ਛੁਟਕਾਰਾ ਦੇ ਗਏ। ਪ੍ਰਭੂ, ਮੇਰੀ ਪ੍ਰਾਰਥਨਾ ਅੱਜ ਜਿੰਨੇ ਵੀ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ, ਉਹਨਾਂ ਸਾਰਿਆਂ ਦੇ ਉੱਤੇ ਤੇਰੀ ਕਿਰਪਾ ਹੋਵੇ। ਸਾਰਿਆਂ ਦੀ ਜ਼ਰੂਰਤਾਂ ਪ੍ਰਭੂ ਜੀ ਤੁਹਾਡੇ ਸਵਰਗ ਤੋਂ ਪੂਰੀਆਂ ਕੀਤੀਆਂ ਜਾਏ ਔਰ ਉਹ ਆਤਮਿਕ ਰੀਤੀ ਨਾਲ ਪ੍ਰਭੂ ਤੇਰੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੁੰਦੇ ਜਾਣ। ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।